ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਗਲਿਆ ਗਿਆ। ਭਾਗ 27ਵਾਂ। ਸਾਰੀ ਦੁਨੀਆ ਜਾਣਦੀ ਹੈ ਕਿ ਸਾਕਾ ਨੀਲਾ ਤਾਰਾ ਵੇਲੇ ਭਾਰਤੀ ਟੈਂਕਾਂ ਨੇ ਪ੍ਰਕਰਮਾਂ ਵਿੱਚ ਦਾਖਲ ਹੋ ਕੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਅਤੇ ਅਕਾਲ ਤਖਤ ਤੇ ਗੋਲਾਬਾਰੀ ਕਰਕੇ ਕਤਲੋਗਾਰਤ ਕੀਤੀ ਸੀ। ਟੈਂਕਾਂ ਥੱਲੇ ਦਰੜੀ ਹੋਈ ਪ੍ਰਕਰਮਾ ਉਸ ਜ਼ੁਲਮ ਦੀ ਮੂੰਹ ਬੋਲਦੀ ਤਸਵੀਰ ਹੈ। ਉਹ ਵੀ ਜਦੋਂ ਹਜ਼ਾਰਾਂ ਸਿੰਘ ਟਾਟਾ ਕਾਨੂੰਨ ਅਧੀਨ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਸੜ ਰਹੇ ਹਨ ਤੇ ਕੌਮ ਦੇ ਕਈ ਪਰਵਾਨਿਆਂ ਦੇ ਘਰਾਂ ਵਿੱਚ ਚੁੱਲ੍ਹਿਆਂ ਉੱਤੇ ਘਾਹ ਉੱਗਿਆ ਹੋਇਆ ਹੈ ਤੇ ਉਹ ਆਪਣੀ ਪੈਲੀ ਵੀ ਵਾਹ ਬੀਜ ਨਹੀਂ ਸਕਦੇ। ਵਿਦੇਸ਼ ਤੋਂ ਆ ਕੇ ਦਰਸ਼ਨ ਕਰਨ ਵਾਲੇ ਸਿੰਘਾਂ ਨੂੰ ਵੀ ਵੀਜ਼ਾ ਨਹੀਂ ਦਿੱਤਾ ਜਾਂਦਾ ਤੇ ਵਿਦੇਸ਼ੀ ਸਿੱਖ ਆਪਣੀ ਮਾਤ ਭੂਮੀ ਆ ਕੇ ਗੋਲੀਆਂ ਨਾਲ ਛਲਣੀ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਦਰੜੀ ਪਵਿੱਤਰ ਪ੍ਰਕਰਮਾਂ ਦੇ ਦਰਸ਼ਨ ਨਹੀਂ ਕਰ ਸਕੇ ਤਾਂ ਇੰਨੀ ਕਾਹਲੀ ਨਾਲ ਇਹ ਇਤਿਹਾਸਕ ਨਿਸ਼ਾਨ ਅਜੇ ਨਹੀਂ ਮਿਟਾਏ ਜਾਣੇ ਚਾਹੀਦੇ। ਜਦੋਂ ਜਲਿਆਂਵਾਲੇ ਬਾਗ ਦੇ ਨਿਸ਼ਾਨ ਅਜੇ ਤੱਕ ਨਹੀਂ ਮਿਟਾਏ ਗਏ ਤੇ ਸਾਂਭ ਕੇ ਰੱਖੇ ਗਏ ਹਨ ਤਾਂ ਫਿਰ ਇੱਥੇ ਇੰਨੀ ਕਾਹਲ ਕਰਨ ਦੀ ਕੀ ਜ਼ਰੂਰਤ ਹੈ। ਜਨੇਵਾ ਸੰਧੀ ਜਿਸ ਦੇ ਭਾਰਤ ਦੇ ਵੀ ਦਸਤਖਤ ਹਨ ਅਨੁਸਾਰ ਕਿਸੇ ਇਤਿਹਾਸਕ ਮਹੱਤਤਾ ਵਾਲੇ ਸਥਾਨ ਨੂੰ ਨਾ ਤਾਂ ਢਾਇਆ ਜਾ ਸਕਦਾ ਹੈ ਤੇ ਨਾ ਹੀ ਬਦਲਿਆ ਜਾ ਸਕਦਾ ਹੈ। ਮਾਨ ਸਾਹਿਬ ਨੇ ਇਹ ਸਾਰਾ ਮਾਮਲਾ UNO ਸਮੇਤ ਦੁਨੀਆ ਦੀ ਅਦਾਲਤ ਵਿੱਚ ਉਠਾਇਆ ਹੋਇਆ ਹੈ ਤੇ ਭਾਰਤ ਸਰਕਾਰ ਨੇ ਕਿਸੇ ਵੀ ਪੜਤਾਲੀਆ ਟੀਮ ਨੂੰ ਪੰਜਾਬ ਨਹੀਂ ਆਉਣ ਦਿੱਤਾ। ਜਥੇਦਾਰ ਕੁਲਬੀਰ ਸਿੰਘ ਕੌੜਾ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਕਿਤੇ ਅਣਜਾਣੇ ਵਿੱਚ ਹੀ ਸ਼੍ਰੋਮਣੀ ਕਮੇਟੀ ਤੇ ਬਾਬਾ ਹਰਬੰਸ ਸਿੰਘ ਜੀ ਭਾਰਤ ਸਰਕਾਰ ਦੀ ਕਿਸੇ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਹੋ ਗਏ। ਜੇ ਅਜਿਹਾ ਨਹੀਂ ਹੈ ਤਾਂ ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ ਜਿਨ੍ਹਾਂ ਦਾ ਪੰਥ ਵਿੱਚ ਅਥਾਹ ਸਤਿਕਾਰ ਹੈ ਨੂੰ ਆਪਣੇ ਆਪ ਨੂੰ ਇਸ ਕੁਚੱਕਰ ਵਿੱਚੋਂ ਲਾਂਭੇ ਕਰ ਲੈਣਾ ਚਾਹੀਦਾ ਹੈ। ਜਥੇਦਾਰ ਕੁਲਬੀਰ ਸਿੰਘ ਕੌੜਾ ਨੇ ਕਿਹਾ ਹੈ ਕਿ ਪਤਾ ਲੱਗਾ ਹੈ ਕਿ ਕੁਝ ਲੋਕਾਂ ਵੱਲੋਂ ਸਾਜ਼ਿਸ਼ ਰਚ ਕੇ ਇਤਿਹਾਸਕ ਮਹੱਤਤਾ ਵਾਲੇ ਰਾਮਗੜੀਆ ਬੁੰਗੇ ਜਿਨ੍ਹਾਂ ਵਿੱਚ ਸਿੱਖ ਰਾਜ ਦੀਆਂ ਦਿੱਲੀ ਤੇ ਰਾਜ ਕਰਨ ਦੀਆਂ ਨਿਸ਼ਾਨੀਆਂ ਮੌਜੂਦ ਹਨ ਤੇ ਜੋ ਸਿੱਖ ਕੌਮ ਨੂੰ ਬਾਦਸ਼ਾਹੀ ਦੇ ਦਿਨ ਯਾਦ ਕਰਵਾਉਂਦੀਆਂ ਹਨ ਤੇ ਅੱਗੋਂ ਵੀ ਬਾਦਸ਼ਾਹੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ ਨੂੰ ਵੀ ਢਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸੇ ਹੀ ਤਰ੍ਹਾਂ ਸਰਹੰਦ ਵਿਖੇ ਦਸਮ ਪਿਤਾ ਦੇ ਛੋਟੇ ਦੋ ਸਾਹਿਬਜ਼ਾਦੇ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਸਮੇਤ ਮਾਤਾ ਗੁਜਰੀ ਜੀ ਦੇ ਜਿਸ ਖੂਹ ਰੂਪੀ ਭੋਰੇ ਵਿੱਚ ਕੈਦ ਰੱਖਿਆ ਸੀ ਨੂੰ ਵੀ ਢਾਹ ਦਿੱਤਾ ਗਿਆ ਹੈ। ਬੀਬੀ ਭਾਨੀ ਦਾ ਚੁੱਲ੍ਹਾ ਵੀ ਭੰਨ ਕੇ ਉਥੇ ਮਾਰਬਲ ਦਾ ਚੁੱਲ੍ਹਾ ਬਣਾ ਦਿੱਤਾ ਗਿਆ ਹੈ। ਇੱਕ ਇੱਕ ਕਰਕੇ ਸਾਰੀਆਂ ਇਤਿਹਾਸਕ ਮਹੱਤਤਾ ਵਾਲੀਆਂ ਨਿਸ਼ਾਨੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਜਨਰਲ ਛਿੱਬਰ ਜੋ ਪਹਿਲਾਂ ਪੱਛਮੀ ਕਮਾਨ ਦੇ ਮੁਖੀ ਸਨ ਨੂੰ ਪੰਜਾਬ ਦਾ ਗਵਰਨਰ ਥਾਪਣਾ ਵੀ ਉਪਰੋਕਤ ਸਾਰੇ ਸ਼ੱਕਾਂ ਨੂੰ ਪੱਕਾ ਕਰਦਾ ਹੈ। ਜਥੇਦਾਰ ਕੁਲਬੀਰ ਸਿੰਘ ਕੌੜਾ ਨੇ ਦਮਦਮੀ ਟਕਸਾਲ ਸੰਤ ਸਮਾਜ ਸਮੂਹ ਕਾਰ ਸੇਵਾ ਵਾਲੇ ਤੇ ਪੰਥ ਦਰਦੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਿੱਖਾਂ ਦਾ ਇਤਿਹਾਸ ਸਾਂਭਣ ਵੱਲ ਵਿਸ਼ੇਸ਼ ਧਿਆਨ ਦੇਣ। ਜਿਸ ਕੌਮ ਦਾ ਇਤਿਹਾਸ ਖਤਮ ਹੋ ਜਾਵੇ ਉਹ ਕੌਮਾਂ ਵੀ ਜ਼ਿਆਦਾ ਦੇਰ ਜਿੰਦਾ ਨਹੀਂ ਰਹਿ ਸਕਦੀਆਂ। ਇਹ ਅਪੀਲ ਮੈਂ ਜਿਸ ਬਾਬੇ ਹਰਬੰਸ ਸਿੰਘ ਨੂੰ ਕੀਤੀ ਸੀ ਉਸੇ ਨੂੰ ਹੀ ਹੁਣ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦੀ ਕਾਰ ਸੇਵਾ ਦੇਣ ਦੀ ਵੀ ਗੱਲ ਚੱਲੀ ਸੀ। ਜੇ ਸੱਚਮੁੱਚ ਹੀ ਉਸ ਨੂੰ ਇਹ ਕਾਰ ਸੇਵਾ ਦੇ ਦਿੱਤੀ ਗਈ ਤਾਂ ਸਭ ਤੋਂ ਪਹਿਲਾਂ ਇਹ ਬਾਬਾ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿਹੜੇ ਵਿੱਚ ਖਲੋਤਾ ਉਹ ਜੰਡ ਦਾ ਰੁੱਖ ਪੁੱਟੇਗਾ ਜਿਹਦੇ ਨਾਲ ਨਰੈਣੂ ਮਹੰਤ ਨੇ ਭਾਈ ਲਛਮਣ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਬੰਨ੍ਹ ਕੇ ਸਾੜਿਆ ਸੀ। ਦੂਜੀ ਘਟਨਾ ਇਉਂ ਹੈ। ਦਮਦਮੀ ਟਕਸਾਲ ਚੌਂਕ ਮਹਿਤਾ ਦੀ ਚੰਡੀਗੜ੍ਹ ਨਾਂ ਨਾਲ ਜਾਣੀ ਜਾਂਦੀ ਇਮਾਰਤ ਦੇ ਇੱਕ ਕਮਰੇ ਦੀਆਂ ਕੰਧਾਂ ਉਹਨਾਂ ਬਹਾਦਰਾਂ ਦੀਆਂ ਅਖਬਾਰਾਂ ਵਿੱਚ ਆਈਆਂ
ਸ਼ਹੀਦਾਂ ਦੀਆਂ ਫੋਟੋਆਂ ਤਰੀਕਾਂ ਸਮੇਤ ਅਖਬਾਰਾਂ ਦੀ ਕਟਿੰਗ ਕਰਕੇ ਤਰਤੀਬਵਾਰ ਕੰਧ ਤੇ ਚਿਪਕਾਈਆਂ ਹੋਈਆਂ ਸਨ ਕਿ ਵੇਖਣ ਵਾਲਾ ਵਾਹ ਵਾਹ ਕਰ ਉੱਠਦਾ ਸੀ। ਕਮਰੇ ਦੀਆਂ ਚਾਰੇ ਕੰਧਾਂ ਸ਼ਹੀਦਾਂ ਦੀਆਂ ਫੋਟੋਆਂ ਨਾਲ ਭਰ ਚੁੱਕੀਆਂ ਸਨ। ਉਸ ਵਿੱਚ ਸੰਗ੍ਰਹਿਕਰਤਾ ਨੇ ਇਹ ਖਾਸ ਖਿਆਲ ਰੱਖਿਆ ਸੀ ਕਿ ਕਿਤੇ ਸਿੱਖ ਭੇਸ ਵਿੱਚ ਮਾਰੇ ਗਏ ਸਰਕਾਰੀ ਮੁਖਬਰ ਤੇ ਕੈਟ ਦੀ ਫੋਟੋ ਨਾ ਲੱਗ ਜਾਵੇ। ਜਿਵੇਂ ਬ੍ਰਹਿਮੰਡ ਵਿੱਚ ਰਹਿਣ ਵਾਲਾ ਬ੍ਰਹਿਮੰਡ ਦੀ ਤੇ ਧਰਤੀ ਤੇ ਰਹਿਣ ਵਾਲਾ ਧਰਤੀ ਦੀ ਜਾਣਕਾਰੀ ਰੱਖਦਾ ਹੈ, ਇਸੇ ਤਰ੍ਹਾਂ ਹੀ ਉਸ ਸੰਗ੍ਰਹਿਕਰਤਾ ਸਿੰਘ ਨੂੰ ਭੂੰਡ ਤੇ ਭੌਰੇ ਦੀ ਪੂਰੀ ਜਾਣਕਾਰੀ ਤੇ ਪਛਾਣ ਸੀ। ਇਸ ਚੰਗੇ ਕੰਮ ਲਈ ਇੱਕ ਹੋਰ ਕਮਰੇ ਦੀ ਮੰਗ ਉਸ ਸਿੰਘ ਕੋਲੋਂ ਇਹ ਸੋਚ ਕੇ ਹੋ ਗਈ ਕਿ ਉਹਦੇ ਪਹਿਲੇ ਕੀਤੇ ਕੰਮ ਨੂੰ ਸਲਾਹਿਆ ਜਾਵੇਗਾ, ਪਰ ਹੋਇਆ ਉਸ ਦੇ ਉਲਟ। ਉਹ ਕਮਰਾ ਨਿਗੇ ਚੜ ਗਿਆ। ਇੱਕ ਦਿਨ ਤੱਤੇ ਪਾਣੀ ਦੇ ਕਈ ਭਾਂਡੇ ਕਮਰੇ ਵਿੱਚ ਪਹੁੰਚ ਗਏ। ਤੱਤਾ ਪਾਣੀ ਪਾ ਕੇ ਸਾਰੀਆਂ ਫੋਟੋਆਂ ਖੁਰਚ ਦਿੱਤੀਆਂ ਗਈਆਂ। ਕਮਰੇ ਨੂੰ ਨਵੇਂ ਸਿਰਿਓਂ ਸਫੈਦੀ ਕਰ ਦਿੱਤੀ ਗਈ ਤੇ ਉਸ ਸਿੰਘ ਨੂੰ ਜਲੀਲ ਕਰਕੇ ਉੱਥੋਂ ਕੱਢ ਦਿੱਤਾ ਗਿਆ। ਇਹ ਸਾਰਾ ਕੰਮ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਦੇ ਹੁਕਮ ਤੇ ਉਹਨਾਂ ਦੀ ਹਾਜ਼ਰੀ ਵਿੱਚ ਹੋਇਆ। ਇਹ ਘਟਨਾ ਐਸੀ ਹੈ ਜਿਵੇਂ ਦੁਬਾਰਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੋਵੇ। ਇਹ ਹਮਲਾ ਨਾ ਇੰਦਰਾ ਗਾਂਧੀ ਨੇ ਕੀਤਾ, ਨਾ ਪਹਿਲੇ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਸੁਰਜੀਤ ਸਿੰਘ ਬਰਨਾਲਾ ਨੇ ਕੀਤਾ, ਸਗੋਂ ਸੰਤ ਜਰਨੈਲ ਸਿੰਘ 14ਵੇਂ ਮੁਖੀ ਦਮਦਮੀ ਟਕਸਾਲ ਦੇ ਅੰਦਰੋਂ ਹੋਇਆ, ਜਿਸ ਟਕਸਾਲ ਦੇ ਨਾਂ ਥੱਲੇ ਲੱਖਾਂ ਲੋਕਾਂ ਨੇ ਅੰਮ੍ਰਿਤ ਛਕਿਆ ਤੇ ਜ਼ੁਲਮ ਦੇ ਖਿਲਾਫ ਲੜ ਕੇ ਮਰਨ ਦੀ ਪ੍ਰੇਰਨਾ ਲਈ ਸੀ। ਪ੍ਰੇਰਨਾ ਹੀ ਨਹੀਂ ਲਈ, ਮਰ ਕੇ ਵੀ ਦਿਖਾਇਆ ਸੀ। ਆਪਣੀ ਸੋਚ ਦੀ ਗੱਲ ਹੈ। ਕਿਸੇ ਨੇ ਉਹਨਾਂ ਫੋਟੋਆਂ ਨੂੰ ਠੀਕ ਨਾ ਸਮਝਦਿਆਂ ਉਸ ਸਿੰਘ ਨੂੰ ਫਿਟਕਾਰਾਂ ਪਾਈਆਂ, ਪਰ ਜੇ ਸੰਤ ਜਰਨੈਲ ਸਿੰਘ ਖਾਲਸਾ ਆਪ ਆ ਕੇ ਉਸ ਸਿੰਘ ਦਾ ਬਣਾਇਆ ਹੋਇਆ ਇਹ ਸ਼ਾਹਕਾਰ ਵੇਖਦੇ ਤਾਂ ਉਸ ਨੂੰ ਛਾਤੀ ਨਾਲ ਲਾਉਂਦੇ, ਉਹਦਾ ਮੂੰਹ ਚੁੰਮਦੇ। ਸਮਾਂ ਸਮਰੱਥ ਉਹ ਅਰਜਨ ਦੇ ਬਾਣ ਤੇ ਉਹ ਅਰਜਨ ਦੇ ਹੱਥ। ਇਹ ਪੰਜਾਬੀ ਦਾ ਅਖਾਣ ਸਮੇਂ ਦੀ ਤਬਦੀਲੀ ਦਰਸਾਉਂਦਾ ਹੈ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਜੀ। ਇਸੇ ਹੀ ਟਕਸਾਲ ਵਿੱਚ ਇੱਕ ਵਾਰ ਇੱਕ ਮਾਤਾ ਨੇ ਆ ਕੇ ਕਿਹਾ ਸੀ, ਮੇਰਾ ਇੱਕੋ ਇੱਕ ਪੁੱਤ ਸ਼ਹੀਦ ਹੋ ਚੁੱਕਾ ਹੈ, ਮੇਰਾ ਕੁਝ ਸੋਚਿਆ ਜਾਵੇ। ਮਿੱਠੇ ਬੋਲਾਂ ਨਾਲ ਉਸ ਨੂੰ ਧਰਵਾਸ ਦੇਣ ਦੀ ਥਾਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਟਰੇਸੀ ਵਿੱਚ ਟਕਸਾਲ ਦੀ ਬ੍ਰਾਂਚ ਦੇ ਰੂਪ ਵਿੱਚ ਬਹੁਤ ਵੱਡਾ ਗੁਰਦੁਆਰਾ ਉਸਾਰਨ ਵਾਲੇ ਮੋਢੀ ਸੱਜਣਾ ਵਿੱਚੋਂ ਇੱਕ ਨੇ ਕਿਹਾ ਸੀ, ਤੇ ਅਸੀਂ ਸ਼ਹੀਦ ਕਰਤਾ ਤੇਰਾ ਪੁੱਤ। ਅਸੀਂ ਉਹਨੂੰ ਆਖਿਆ ਸੀ, ਪੰਗੇ ਲੈ। ਬਸ ਇਹ ਤਬਦੀਲੀ ਲਿਆਉਣਾ ਹੀ ਖੂਫੀਆ ਏਜੰਸੀਆਂ ਦੇ ਕੰਮ ਹੁੰਦੇ ਹਨ। ਇਸੇ ਕਰਕੇ ਹੀ ਅੱਜ ਲੋਕ ਭਿੰਡਰਾਂ ਵਾਲੇ ਨੂੰ ਚੇਤੇ ਕਰਦੇ ਹਨ। ਅੱਜ ਹੁੰਦਾ ਭਿੰਡਰਾਂ ਵਾਲਾ, ਫਿਰ ਵਹਿੰਦੇ ਰਾਸ਼ਟਰੀਆ ਸਿੱਖ ਸੰਗਤ ਵਾਲੇ ਵਿੰਗੇ ਜਿਹੇ ਬਨਾਵਟੀ ਸਿੱਖ ਕਿੱਦਾਂ ਇੱਕ ਓੰਕਾਰ ਦਾ ਓਮ ਬਣਾਉਂਦੇ ਤੇ ਕਿੱਦਾਂ ਟਕਸਾਲ ਵਿੱਚੋਂ ਸੰਥਿਆ ਲੈਂਦੇ ਸਨ। ਸ਼ੇਰਾਂ ਦੇ ਘੋਰ ਨੇ ਤੇ ਗਿੱਦੜ ਕਰਨ ਕਲੋਲਾਂ। ਸਿਰਲੇਖ ਅਕਾਲ ਤਖਤ ਤੇ ਬਾਬਰੀ ਮਸਜਿਦ ਦੇ ਢੱਠਣ ਨੂੰ ਭੁੱਲ ਜਾਓ। ਅਡਵਾਨੀ ਤੇ ਹੋਰ ਹਿੰਦੂ ਲੀਡਰ ਕਹਿੰਦੇ ਹਨ ਕਿ ਸਿੱਖਾਂ ਨੂੰ ਅਕਾਲ ਤਖਤ ਢੱਠਣ ਦੀ ਗੱਲ ਭੁੱਲ ਜਾਣੀ ਚਾਹੀਦੀ ਹੈ, ਪਰ ਇਹ ਗੱਲ ਕਰਨ ਤੋਂ ਪਹਿਲਾਂ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ ਕਿ 5000 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿ ਸੀਤਾ ਨੂੰ ਇੱਕ ਸਿਰ ਫਿਰਿਆ ਬ੍ਰਾਹਮਣ ਰਾਜਾ ਚੁੱਕ ਕੇ ਲੈ ਗਿਆ ਸੀ। ਉਸ ਨੂੰ ਰਾਵਣ ਨਾਂ ਦੇ ਬ੍ਰਾਹਮਣ ਰਾਜੇ ਨੇ ਸੀਤਾ ਜੀ ਨਾਲ ਕੋਈ ਵੀ ਬਦਤਮੀਜ਼ੀ ਨਹੀਂ ਸੀ ਕੀਤੀ। ਤੇ ਰਾਮਾਇਣ ਅਨੁਸਾਰ ਜਦੋਂ ਸੀਤਾ ਜੀ ਨੇ ਕਿਹਾ ਕਿ ਮੈਂ ਬਨਵਾਸੀ ਹਾਂ ਤੇ ਛੱਤ ਥੱਲੇ ਜਾਣ ਨਾਲ ਮੇਰਾ ਬਨਵਾਸ ਟੁੱਟ ਜਾਵੇਗਾ, ਤਾਂ ਉਹ ਰਾਜਾ ਆਪਣੇ ਧਰਮ ਤੇ ਕਾਇਮ ਰਹਿੰਦਾ ਹੋਇਆ ਸੀਤਾ ਜੀ ਨੂੰ ਇੱਕ ਅਸ਼ੋਕ ਵਾਟਕਾ ਨਾਂ ਦੇ ਬਾਗ ਵਿੱਚ ਛੱਡ ਆਇਆ ਤੇ ਉਹਨਾਂ ਦੀ ਹਿਫਾਜ਼ਤ ਲਈ ਔਰਤਾਂ ਦਾ ਫੌਜੀ ਦਸਤਾ ਪਹਿਰੇ ਤੇ ਲਾ ਦਿੱਤਾ। ਰਾਵਣ ਨੇ ਆਪਣੀ ਪਤਨੀ ਮੰਦੋਦਰੀ ਨੂੰ ਕਿਹਾ ਕਿ ਉਹ ਵੀ ਹਰ ਰੋਜ਼ ਅਸ਼ੋਕ ਵਣ ਵਿੱਚ ਜਾ ਕੇ ਸੀਤਾ ਜੀ ਦਾ ਹਾਲ ਚਾਲ ਪੁੱਛਿਆ ਕਰੇ।
ਰਾਮ ਨੇ ਰਾਵਣ ਨਾਲ ਯੁੱਧ ਕੀਤਾ ਤੇ ਸਿੱਟੇ ਵਜੋਂ ਰਾਵਣ ਸਮੇਤ ਉਹਦਾ ਸਾਰਾ ਪਰਿਵਾਰ ਮਾਰਿਆ ਗਿਆ ਤੇ ਇੱਕ ਡੰਡੀ ਜਿੰਨਾ ਵੀ ਉਹਦੇ ਘਰ ਦੀਵਾ ਜਗਾਉਣ ਵਾਲਾ ਨਾ ਬਚਿਆ। ਰਾਵਣ ਦੀ ਪੂਰੀ ਕੁੱਲ ਦਾ ਨਾਸ਼ ਹੋ ਗਿਆ ਤੇ ਉਹਦੀ ਸੋਨੇ ਦੀ ਲੰਕਾ ਤੇ ਸਭ ਸ਼ਾਹੀ ਠਾਠ ਬਾਠ ਸੜ ਕੇ ਸੁਆਹ ਹੋ ਗਏ। ਜਿੰਨਾ ਨੁਕਸਾਨ ਹੋ ਗਿਆ ਸੀ, ਇਸ ਤੋਂ ਵੱਧ ਰਾਵਣ ਦਾ ਹੋਰ ਕੁਝ ਨਹੀਂ ਸੀ ਵਿਗਾੜਿਆ ਜਾ ਸਕਦਾ। ਦੂਜੀ ਘਟਨਾ ਵਿੱਚ ਜਿੱਥੇ ਰਾਮ ਜੀ ਦਾ ਜਨਮ ਹੋਇਆ ਸੀ, ਉਸ ਥਾਂ ਦਾ ਅਜੇ ਵੀ ਹਿੰਦੂ ਜਗਤ ਨੂੰ ਪੂਰੀ ਤਰ੍ਹਾਂ ਨਹੀਂ ਪਤਾ। ਕੋਈ ਤਾਂ ਰਾਮ ਜੀ ਦਾ ਜਨਮ ਪਟਿਆਲੇ ਲਾਗੇ ਦੇਵੀਗੜ੍ਹ ਕੋਲ ਹੋਇਆ ਦੱਸਦਾ ਹੈ ਤੇ ਕੋਈ ਅਯੋਧਿਆ ਦੱਸਦਾ ਹੈ। 500 ਸਾਲ ਪਹਿਲਾਂ ਬਾਬਰ ਹਮਲਾਵਰ ਬਣ ਕੇ ਭਾਰਤ ਆਇਆ ਤਾਂ ਹਿੰਦੂ ਕਹਿੰਦੇ ਹਨ ਕਿ ਉਸਨੇ ਸਾਡਾ ਉਹ ਮੰਦਿਰ ਜਿੱਥੇ ਰਾਮ ਜੀ ਦਾ ਜਨਮ ਹੋਇਆ ਸੀ ਢਾਹ ਕੇ ਉਸ ਤੇ ਬਾਬਰੀ ਮਸਜਿਦ ਉਸਾਰ ਦਿੱਤੀ ਸੀ। ਹੁਣ ਹਿੰਦੂ ਕਹਿੰਦੇ ਹਨ ਕਿ ਸਾਡਾ ਰਾਜ ਆਇਆ ਹੈ ਤੇ ਅਸਾਂ ਇਹ ਮਸਜਿਦ ਢਾਹ ਕੇ ਰਾਮ ਦਾ ਮੰਦਿਰ ਮੁੜ ਕੇ ਉਸਾਰਨਾ ਹੈ। ਇਕੱਲੀ ਬਾਬਰੀ ਮਸਜਿਦ ਹੀ ਨਹੀਂ, ਮਥੁਰਾ, ਕਾਂਚੀ ਤੇ ਭਾਰਤ ਵਿੱਚ ਜਿੱਥੇ ਕਿਤੇ ਵੀ ਮੁਸਲਮਾਨਾਂ ਤੇ ਹਿੰਦੂ ਮੰਦਿਰ ਜਾਂ ਮੁਸਲਮਾਨਾਂ ਨੇ ਹਿੰਦੂ ਮੰਦਿਰ ਢਾਹ ਕੇ ਮਸਜਿਦ ਜਾਂ ਕੁਝ ਹੋਰ ਬਣਾਇਆ ਹੈ, ਉਹ ਸਾਰੇ ਹੀ ਢਾਉਣੇ ਹਨ ਤਾਂ ਕਿਤੇ ਜਾ ਕੇ ਸਾਡਾ ਕਲੇਜਾ ਠੰਡਾ ਹੋਣਾ ਹੈ। ਬੰਦਾ ਇਹਨਾਂ ਨੂੰ ਪੁੱਛੇ, ਜੇ 5000 ਸਾਲ ਪਹਿਲਾਂ ਸੀਤਾ ਜੀ ਨੂੰ ਚੁੱਕ ਕੇ ਲਿਜਾਣ ਵਾਲੀ ਘਟਨਾ ਤੋਂ ਤੁਹਾਡਾ ਦਿਲ ਦੁਖੀ ਹੈ ਤੇ ਤੁਸੀਂ ਹਰ ਸਾਲ ਰਾਵਣ ਦਾ ਪੁਤਲਾ ਸਾੜ ਕੇ ਤੇ ਪੂਰਾ ਮਹੀਨਾ ਰਾਮਲੀਲਾ ਕਰਕੇ ਵੀ ਸ਼ਾਂਤ ਨਹੀਂ ਹੋਏ, ਤੇ ਦੂਜੀ ਘਟਨਾ ਵਿੱਚ 500 ਸਾਲ ਪਹਿਲਾਂ ਦਾ ਢਾਇਆ ਹੋਇਆ ਮੰਦਿਰ ਵੀ ਤੁਸੀਂ ਨਹੀਂ ਭੁੱਲੇ, ਤਾਂ ਹੁਣ ਕਿਸ ਮੂੰਹ ਨਾਲ ਅਜੇ ਕੱਲ ਦਾ ਢੱਠਾ ਹੋਇਆ ਅਕਾਲ ਤਖਤ ਭੁੱਲ ਜਾਣ ਦੀਆਂ ਸਲਾਹਾਂ ਦਿੰਦੇ ਹੋ? ਸ਼ਰਮ ਨਹੀਂ ਆਉਂਦੀ ਮਤਾਂ ਦਿੰਦਿਆਂ ਨੂੰ? ਜਿਹੜੀ ਘਟਨਾ ਤੁਹਾਡੇ ਨਾਲ ਵਾਪਰੇ ਉਹਦੇ ਨਾਲ ਤਾਂ ਤੁਹਾਡੇ ਅੰਦਰ ਗੁੱਸੇ ਤੇ ਬਦਲਾ ਲੈਣ ਦੀ ਭਾਵਨਾ ਦੇ ਭਾਂਬੜ ਮੱਚਦੇ ਰਹਿੰਦੇ ਹਨ ਤੇ ਰਾਵਣ ਨੂੰ ਤੁਸੀਂ ਹਰ ਸਾਲ ਜਲੀਲ ਕਰਦੇ ਹੋ, ਪਰ ਦੂਜਿਆਂ ਨੂੰ ਤੁਸੀਂ ਗਾਜਰ ਮੂਲੀ ਸਮਝਦੇ ਹੋ ਕਿ ਉਹਨਾਂ ਵਿੱਚ ਦਿਲ ਨਹੀਂ। ਦੂਜੇ ਪਾਸੇ ਤੁਹਾਡੇ ਹੀ ਦੇਸ਼ ਵਿੱਚ ਸਾਰੇ ਬਜ਼ੁਰਗਾਂ ਦੇ ਬੈਠਿਆਂ ਦ੍ਰੋਪਦੀ ਨੂੰ ਨੰਗਾ ਕਰਨ ਦੀ ਘਟਨਾ ਵਾਪਰੀ, ਪਰ ਤੁਸੀਂ ਕਦੇ ਪਛਤਾਤਾਪ ਨਹੀਂ ਕੀਤਾ ਤੇ ਨਾ ਹੀ ਕਦੇ ਪਛਤਾਤਾਪ ਦਿਵਸ ਮਨਾਇਆ ਹੈ। ਤੁਹਾਡੀ ਇੱਕ ਇੰਦਰਾ ਗਾਂਧੀ ਮਰੀ, ਤੁਸੀਂ ਸਾਰੇ ਹਿੰਦੁਸਤਾਨ ਨੂੰ ਸਿਰ ਤੇ ਚੁੱਕ ਲਿਆ ਤੇ ਮਾਰ-ਮਾਰ ਕੇ ਸਿੱਖਾਂ ਦੇ ਸੱਥਰ ਵਿਛਾ ਦਿੱਤੇ। ਖੂਨ ਦਾ ਬਦਲਾ ਖੂਨ ਦੇ ਨਾਅਰੇ ਲਾਏ ਜੋ ਸਾਰੀ ਦੁਨੀਆ ਨੇ ਟੈਲੀਵਿਜ਼ਨ ਤੇ ਵੇਖੇ ਅਤੇ ਸੁਣੇ। ਤੁਸੀਂ ਉਹ ਕੁਝ ਕੀਤਾ ਜੋ ਸਭਿਆ ਮਨੁੱਖ ਕਦੇ ਨਹੀਂ ਕਰ ਸਕਦਾ। ਤੁਸੀਂ ਔਰਤਾਂ ਤੇ ਬੱਚਿਆਂ ਤੱਕ ਨੂੰ ਵੀ ਜੀਂਦੇ ਸਾੜਿਆ। ਜਿਸ ਤਰ੍ਹਾਂ ਦਿੱਲੀ ਵਿੱਚ 10,000 ਬੇਕਸੂਰ ਸਿੱਖ ਮਾਰਿਆ ਗਿਆ ਹੈ, ਜੇ ਕਿਸੇ ਹੋਰ ਦੇਸ਼ ਵਿੱਚ 10,000 ਕੁੱਤਾ ਵੀ ਮਰ ਜਾਂਦਾ ਤਾਂ ਉਹ ਭੁੰਜੇ ਬਹਿ ਕੇ ਸੋਗ ਮਨਾਉਂਦੇ, ਪਰ ਤੁਸੀਂ ਪਾਰਲੀਮੈਂਟ ਵਿੱਚ ਉਹਨਾਂ ਬੇਕਸੂਰਾਂ ਪ੍ਰਤੀ ਇੱਕ ਸ਼ਬਦ ਵੀ ਨਹੀਂ ਬੋਲਿਆ। ਸਿੱਖਾਂ ਨੂੰ ਕਹਿੰਦੇ ਹੋ ਪਿਛਲੀਆਂ ਸਭ ਗੱਲਾਂ ਭੁੱਲ ਜਾਓ, ਪਰ ਆਪ ਤੁਸੀਂ 2 ਸਿੱਖਾਂ ਹੱਥੋਂ ਮਰੀ ਇੱਕ ਔਰਤ ਦਾ ਭਾਣਾ ਨਹੀਂ ਮੰਨਿਆ। ਜੇ ਤੁਸੀਂ ਆਪ ਸਬਰ ਕਰਕੇ ਦਿਖਾਇਆ ਹੁੰਦਾ ਫਿਰ ਤੁਸੀਂ ਹੋਰਨਾਂ ਨੂੰ ਮਤਾਂ ਦਿੰਦੇ ਚੰਗੇ ਲੱਗਦੇ। ਤੁਸੀਂ ਆਪ ਤਾਂ ਸੰਵਿਧਾਨ ਦੀ ਧਾਰਾ 49 ਨੂੰ ਵੀ ਛਿੱਕੇ ਟੰਗ ਦਿੱਤਾ, ਜਿਸ ਵਿੱਚ ਲਿਖਿਆ ਹੋਇਆ ਹੈ ਕਿ ਇਤਿਹਾਸਕ ਮਹੱਤਤਾ ਦੀ ਕਿਸੇ ਵੀ ਇਮਾਰਤ ਨੂੰ ਢਾਇਆ ਨਹੀਂ ਜਾ ਸਕਦਾ। ਤੁਸੀਂ ਤਾਂ ਸੰਵਿਧਾਨ ਕਰਦੇ ਸਾਹ ਨਹੀਂ ਲੈਂਦੇ ਤੇ ਘੱਟ ਗਿਣਤੀਆਂ ਨੂੰ ਜਲੀਲ ਕਰਨ ਲਈ ਚੋਣ ਲੜਨ ਤੋਂ ਪਹਿਲਾਂ ਹੀ ਸੰਵਿਧਾਨ ਦੇ ਵਫਾਦਾਰ ਰਹਿਣ ਦੀ ਸਹੁੰ ਚੁਕਾਉਂਦੇ ਹੋ। ਪਰ ਬਾਬਰੀ ਮਸਜਿਦ ਢਾਉਣ ਵੇਲੇ ਤੁਹਾਨੂੰ ਇਸ ਸੰਵਿਧਾਨ ਦਾ ਚੇਤਾ ਨਹੀਂ ਆਇਆ? ਅੱਗੇ ਵੀ ਤਾਂ ਤੁਸੀਂ ਕਈ ਤਬਦੀਲੀਆਂ ਕਰਕੇ ਸੰਵਿਧਾਨ ਨੂੰ ਲਹੂ ਲੁਹਾਨ ਕੀਤਾ ਹੈ ਤੇ ਕੁੱਕੜ ਵਾਂਗ ਝਟਕਾਉਂਦੇ ਰਹੇ ਹੋ। ਬਾਬਰੀ ਮਸਜਿਦ ਢਾਉਣ ਤੋਂ ਪਹਿਲਾਂ ਉਸ ਵਿੱਚ ਇੱਕ ਸੋਧ ਹੋਰ ਕਰ ਲੈਂਦੇ ਤੇ ਧਾਰਾ 49 ਨੂੰ ਖਤਮ ਕਰ ਦਿੰਦੇ। ਹਿੰਦੂ ਸਮਾਜ ਦੇ ਸਦਾ ਹੀ 2 ਮੁਖੌਟੇ ਰਹੇ ਹਨ। ਜਿਸ ਤਰ੍ਹਾਂ ਇਹ ਕਹਿੰਦੇ ਹਨ ਕਿ ਅਸਾਂ ਹਰ ਉਹ ਇਮਾਰਤ ਢਾਉਣੀ ਹੈ ਜਿਸ ਨੂੰ ਵਿਦੇਸ਼ੀ ਹੱਥ ਲੱਗੇ ਹਨ, ਤਾਂ ਫਿਰ ਸਭ ਤੋਂ ਪਹਿਲਾਂ ਲਾਲ ਕਿਲ੍ਹਾ ਕਿਉਂ ਨਹੀਂ ਢਾਉਂਦੇ, ਜਿਸ ਦੀ ਕੰਧ ਤੇ ਚੜ੍ਹ ਕੇ 15 ਅਗਸਤ ਤੇ 26 ਜਨਵਰੀ ਨੂੰ ਕਿੱਲ ਕੇ ਭਾਸ਼ਣ ਕਰਦੇ ਹੋ? ਰਾਸ਼ਟਰਪਤੀ ਭਵਨ ਨੂੰ ਵੀ ਢਾਹੋ, ਇਹਨਾਂ ਨੂੰ ਵੀ ਤਾਂ ਵਿਦੇਸ਼ੀਆਂ ਦੇ ਹੱਥ ਲੱਗੇ ਹਨ। ਇੱਦਾਂ ਦਾ ਭਾਰਤ ਦਾ ਸਭ ਕੁਝ ਹੀ ਢਾਉਣਾ ਪਏਗਾ। ਤੁਹਾਡਾ ਬਣਾਇਆ ਹੋਇਆ ਇੱਥੇ ਹੈ ਹੀ ਕੀ? ਲਗਾਤਾਰ ਇਹ ਮੁਲਕ 800 ਸਾਲ ਗੁਲਾਮੀ ਦੀ ਸਥਿਤੀ ਵਿੱਚ ਰਿਹਾ ਹੈ ਤੇ ਹੁਣ ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ ਵਾਂਗ ਦੂਜੀਆਂ ਕੌਮਾਂ ਨਾਲ ਤੁਸੀਂ ਪੰਗੇ ਤੇ ਆਡੇ ਲੈਣ ਲੱਗੇ ਹੋ।
ਜੇ ਅੰਗਰੇਜ਼ ਭਾਰਤ ਵਿੱਚ ਨਾ ਆਉਂਦੇ ਤਾਂ ਭਾਰਤ ਵਿੱਚ ਹੁਣ ਤੱਕ ਦੀਵੇ ਤੇ ਲਾਲਟੇਨਾਂ ਜਗਦੀਆਂ, ਨਹਿਰਾਂ ਦੀ ਸਿੰਚਾਈ ਨਾ ਹੁੰਦੀ, ਸਿਰਫ ਟਿੰਡਾਂ ਵਾਲੇ ਖੂਹ ਹੁੰਦੇ, ਰੇਲ ਦਾ ਕਿਤੇ ਨਿਸ਼ਾਨ ਨਾ ਹੁੰਦਾ ਤੇ ਲੋਕ ਗੱਡਿਆਂ ਦੇ ਸਫ਼ਰ ਕਰਦੇ। ਆਜ਼ਾਦ ਭਾਰਤ ਨੇ 55 ਸਾਲ ਵਿੱਚ ਸਿਰਫ 15% ਹੀ ਰੇਲ ਪਟੜੀਆਂ ਵਿਛਾਈਆਂ ਹਨ। ਬਾਕੀ ਸਾਰਾ ਰੇਲ ਦਾ ਢਾਂਚਾ ਅੰਗਰੇਜ਼ਾਂ ਦਾ ਹੀ ਬਣਾਇਆ ਹੋਇਆ ਹੈ। ਸਾਰੀ ਤਕਨੀਕ ਪੱਛਮ ਵਿੱਚੋਂ ਆਈ ਹੈ। ਭਾਰਤ 600 ਰਿਆਸਤਾਂ ਵਿੱਚ ਵੰਡਿਆ ਹੋਇਆ ਅੰਗਰੇਜ਼ਾਂ ਨੇ ਇਕੱਠਾ ਕਰਕੇ ਦਿੱਤਾ ਹੈ। ਅੰਗਰੇਜ਼ਾਂ ਦੇ ਰਹਿਣ ਤੱਕ ਤਾਂ ਕੋਈ ਸਮੱਸਿਆ ਨਹੀਂ ਸੀ, ਪਰ ਅੱਜ ਪੰਜਾਬ, ਕਸ਼ਮੀਰ, ਅਸਾਮ, ਨਾਗਾਲੈਂਡ, ਨਕਸਲਬਾੜੀ ਤੇ ਹੋਰ ਕਈਆਂ ਸੂਬਿਆਂ ਦੀਆਂ ਸਮੱਸਿਆਵਾਂ ਹਨ। ਹਿੰਦੂ ਹਰ ਵੇਲੇ ਕਹਿੰਦਾ ਹੈ ਕਿ ਭਾਰਤ ਲੋਕਤੰਤਰੀ ਦੇਸ਼ ਹੈ, ਪਰ ਆਪ ਕਦੇ ਵੀ ਲੋਕਤੰਤਰੀ ਨਹੀਂ ਰਿਹਾ। ਜਾਂ ਤੇ ਲੋਕਾਂ ਤੇ ਜ਼ੁਲਮ ਕਰਦਾ ਰਿਹਾ ਜਾਂ ਆਪ ਜ਼ੁਲਮ ਸਹਿੰਦਾ ਰਿਹਾ। ਦੂਜੀ ਸੰਸਾਰ ਜੰਗ ਤੋਂ ਬਾਅਦ ਬਰਤਾਨੀਆ ਦੀ ਅੰਦਰੂਨੀ ਹਾਲਤ ਇੰਨੀ ਜਰਜਰ ਹੋ ਚੁੱਕੀ ਸੀ ਕਿ ਉਹ ਭਾਰਤ ਨੂੰ ਛੇਤੀ ਤੋਂ ਛੇਤੀ ਛੱਡ ਦੇਣਾ ਚਾਹੁੰਦੀ ਸੀ। ਇਸੇ ਕਰਕੇ ਹੀ ਤੁਹਾਡਾ ਦਾਅ ਲੱਗ ਗਿਆ ਹੈ। ਕਹਿੰਦੇ ਹਨ ਕਿ ਇੱਕ ਬੰਦਾ ਖਰਬੂਜਿਆਂ ਦੀ ਪੰਡ ਸਿਰ ਤੇ ਚੁੱਕੀ ਦਰਿਆ ਪਾਰ ਕਰ ਰਿਹਾ ਸੀ ਕਿ ਅਚਾਨਕ ਖਰਬੂਜਿਆਂ ਦੀ ਪੰਡ ਖੁੱਲ ਗਈ ਤੇ ਪਾਣੀ ਦੇ ਤੇਜ਼ ਰੋੜ ਵਿੱਚ ਖਰਬੂਜੇ ਤੇਜ਼ੀ ਨਾਲ ਰੁੜਨ ਲੱਗ ਪਏ। ਪਾਣੀ ਇੰਨਾ ਤੇਜ਼ ਸੀ ਕਿ ਉਹ ਮੁੜ ਕੇ ਇਕੱਠੇ ਨਹੀਂ ਸਨ ਕੀਤੇ ਜਾ ਸਕਦੇ। ਉਹ ਬੰਦਾ ਬਹੁਤ ਲਾਚਾਰੀ ਦੀ ਹਾਲਤ ਵਿੱਚ ਖਲੋਤਾ ਵੇਖ ਰਿਹਾ ਸੀ। ਅਖੀਰ ਉਸ ਨੂੰ ਖਿਆਲ ਆਇਆ ਕਿ ਖਰਬੂਜੇ ਹੁਣ ਰੁੜ ਤਾਂ ਜਾਣੇ ਹੀ ਹਨ, ਕਿਉਂ ਨਾ ਸਾਰੇ ਖਰਬੂਜਿਆਂ ਨੂੰ ਆਪਣੇ ਗੁਜ਼ਰ ਚੁੱਕੇ ਵੱਡੇ ਵਡੇਰਿਆਂ ਦੇ ਨਿਮਿੱਤ ਕਰਦਿਆਂ। ਉਹ ਇਕੱਲੇ ਖਰਬੂਜੇ ਵੱਲ ਵੇਖ ਕੇ ਅਸਮਾਨ ਵੱਲ ਨੂੰ ਹੱਥ ਜੋੜੇ ਅਤੇ ਆਖੇ, ਇਹ ਬਾਬਾ ਜੀ ਦੇ ਨਿਮਿੱਤ। ਫਿਰ ਦੂਜੇ ਖਰਬੂਜੇ ਨੂੰ ਵੇਖ ਕੇ ਆਖੇ, ਇਹ ਦਾਦੀ ਜੀ ਦੇ ਨਿਮਿੱਤ। ਇਸ ਤਰ੍ਹਾਂ ਕਰਦਿਆਂ ਉਸਨੇ ਪੂਰੀ ਪੰਡ ਦੇ ਖਰਬੂਜੇ ਹੀ ਮਰਿਆਂ ਹੋਇਆਂ ਦੇ ਨਿਮਿੱਤ ਕਰ ਦਿੱਤੇ ਤੇ ਖਾਲੀ ਚਾਦਰ ਝਾੜ ਕੇ ਮੋਢੇ ਤੇ ਰੱਖ ਕੇ ਘਰ ਨੂੰ ਚਲਾ ਗਿਆ। ਅੰਗਰੇਜ਼ਾਂ ਨੇ ਵੀ ਭਾਰਤ ਨੂੰ ਨਹਿਰੂ ਤੇ ਜਿਨਾਹ ਦੇ ਨਿਮਿੱਤ ਕਰ ਦਿੱਤਾ ਅਤੇ ਆਪ ਚਲੇ ਗਏ। ਬਸ ਲੋਕਤੰਤਰ ਤੋਂ ਅਣਜਾਣ ਇਹ ਲੋਕਤੰਤਰ ਦੀ ਬੱਸ ਦੇ ਡਰਾਈਵਰ ਬਣ ਗਏ। ਤੇ ਜਿਵੇਂ ਅਣਜਾਣ ਡਰਾਈਵਰ ਲੋਕਤੰਤਰ ਦੀ ਬੱਸ ਦੇ ਡਰਾਈਵਰ ਬਣ ਗਏ ਤੇ ਜਿਵੇਂ ਅਣਜਾਣ ਬੱਸ ਡਰਾਈਵਰ ਬੱਸ ਦਾ ਐਕਸੀਡੈਂਟ ਕਰਾ ਕੇ ਆਪ ਵੀ ਮਰ ਜਾਂਦੇ ਹਨ ਤੇ ਸਵਾਰੀਆਂ ਨੂੰ ਵੀ ਮਾਰ ਦਿੰਦੇ ਹਨ, ਇਸ ਦੇਸ਼ ਵਿੱਚ ਵੀ ਇਹੋ ਕੁਝ ਹੋ ਰਿਹਾ ਹੈ। ਜਿਸ ਢੰਗ ਨਾਲ ਹਿੰਦੂਆਂ ਦੀ ਮੱਛਰੀ ਹੋਈ ਭੀੜ ਨੇ ਬਾਬਰੀ ਮਸਜਿਦ ਢਾਈ ਹੈ, ਇਹ ਕੋਈ ਲੋਕਤੰਤਰ ਦੇ ਲੱਲ ਹਨ? ਇਸ ਤਰ੍ਹਾਂ ਦੀ ਮਿਸਾਲ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੀ, ਨਾ ਹੀ ਮਿਲ ਸਕਦੀ ਹੈ। ਪੁਲਿਸ ਤਮਾਸ਼ਾਈ ਬਣ ਕੇ ਵੇਖਦੀ ਰਹੀ ਤੇ ਭੀੜ ਨਾਅਰੇ ਲਾਉਂਦੀ ਰਹੀ। ਕੁਦਾਲਾਂ ਤੇ ਗੈਂਤੀਆਂ ਲੈ ਕੇ ਅੱਗੇ ਵਧਦੀ ਗਈ। ਇਹਨਾਂ ਨਾਅਰਿਆਂ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੈਨਾ ਘੱਟ ਨਹੀਂ ਗੁਜ਼ਾਰੇਗੀ। ਪਹਿਲਾ ਨਾਅਰਾ ਮਾਰਿਆ ਗਿਆ, ਹਿੰਦੂ ਹਿੰਦੀ ਹਿੰਦੁਸਤਾਨ, ਮਾਰੇਂਗੇ ਮਰ ਜਾਏਂਗੇ ਮੰਦਿਰ ਵਹੀਂ ਬਣਾਏਂਗੇ। ਫਿਰ ਰਾਜਨੀਤਿਕਾਂ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਕਿ ਹਿੰਦੁਸਤਾਨ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਚੋਣਾਂ ਵਿੱਚ ਉਹੀ ਜਿੱਤੇਗਾ ਜੋ ਸਾਡੇ ਅੱਜ ਦੇ ਖਰੂਦ ਵਿੱਚ ਸਾਡਾ ਸਾਥ ਦੇਵੇਗਾ। ਤੇ ਨਾਅਰਾ ਲਾਇਆ, ਜੋ ਹਿੰਦੂ ਹਿਤ ਕਾ ਕਾਮ ਕਰੇਗਾ ਵਹੀ ਦੇਸ਼ ਪਰ ਰਾਜ ਕਰੇਗਾ। ਨਾਲ ਹੀ ਘੱਟ ਗਿਣਤੀ ਲੋਕਾਂ ਨੂੰ ਵੀ ਵਾਰਨਿੰਗ ਦੇ ਦਿੱਤੀ, ਜੋ ਕਿਸੇ ਲੋਕਤੰਤਰੀ ਦੇਸ਼ ਵਿੱਚ ਕਿਸੇ ਕਲੰਕ ਤੋਂ ਘੱਟ ਨਹੀਂ। ਨਾਅਰਾ ਲਾਇਆ, ਅਗਰ ਇਸ ਦੇਸ਼ ਮੇਂ ਰਹਿਣਾ ਹੋਗਾ ਵੰਦੇ ਮਾਤਰਮ ਕਹਿਣਾ ਹੋਗਾ। ਫਿਰ ਹਿੰਦੂਆਂ ਨੂੰ ਜੋਸ਼ ਦਿਵਾਉਣ ਲਈ ਤੇ ਨੌਜਵਾਨਾਂ ਨੂੰ ਭੜਕਾਉਣ ਲਈ ਹੋਰ ਨਾਅਰਾ ਦਿੱਤਾ, ਜਿਸ ਹਿੰਦੂ ਦਾ ਖੂਨ ਨਾ ਖੌਲੇ ਖੂਨ ਨਹੀਂ ਵह ਪਾਣੀ ਹੈ, ਜੋ ਰਾਮ ਕੇ ਕਾਮ ਨਾ ਆਏ ਉਹ ਬੇਕਾਰ ਜਵਾਨੀ ਹੈ। ਇਹੋ ਜਿਹੇ ਹਾਲਾਤ ਵਿੱਚ ਤੇ ਇਹੋ ਜਿਹੇ ਨਾਅਰਿਆਂ ਵਿੱਚ ਬਾਂਦਰ ਸੇਨਾ ਨੂੰ ਜੋਸ਼ ਕਿਵੇਂ ਨਾ ਆਉਂਦਾ ਤੇ ਬਾਬਰੀ ਮਸਜਿਦ ਕਿਵੇਂ ਨਾ ਢੱਠਦੀ। ਪਰ ਵੇਖਣ ਵਾਲੀ ਗੱਲ ਇਹ ਸੀ ਕਿ ਸਰਕਾਰ ਕੀ ਕਰ ਰਹੀ ਸੀ। ਭੀੜ ਹੋਰ ਭਿਅੰਕਰ ਰੂਪ ਧਾਰਨ ਕਰਦੀ ਗਈ ਤੇ ਨਵਾਂ ਨਾਅਰਾ ਦਿੱਤਾ ਗਿਆ, ਲਾਠੀ ਗੋਲੀ ਖਾਏਂਗੇ ਮੰਦਿਰ ਵਹੀਂ ਬਣਾਏਂਗੇ। ਇੱਕ ਪਾਸੇ ਤਾਂ ਇਹ ਤਾਂਡਵ ਨਾਚ ਚੱਲ ਰਿਹਾ ਸੀ ਤੇ ਦੂਜੇ ਪਾਸੇ ਏਡਾ ਡਰਾਮਾ ਰਚਿਆ ਗਿਆ ਜਿਵੇਂ ਸਭ ਕੁਝ ਸ਼ਾਂਤਮਈ ਹੋ ਰਿਹਾ ਹੋਵੇ। ਮੀਲਾਂ ਵਿੱਚ ਖਿਲਰੇ ਹੋਏ ਲਾਊਡ ਸਪੀਕਰਾਂ ਤੇ ਅਨਾਉਂਸਮੈਂਟਾਂ ਹੋ ਰਹੀਆਂ ਸਨ, ਭਾਈਓ ਆਰਾਮ ਸੇ ਗ੍ਰਿਫਤਾਰੀਆਂ ਦੋ, ਸ਼ਾਂਤੀ ਪੂਰਵਕ ਰਹੋ। ਬਾਬਰੀ ਮਸਜਿਦ ਨਾਲ ਬੱਸਾਂ ਇਸ ਢੰਗ ਨਾਲ ਕੰਧਾਂ ਨਾਲ ਜੋੜ ਕੇ ਲਾਈਆਂ ਗਈਆਂ ਕਿ ਪੌੜੀਆਂ ਦੀ
ਲੋੜ ਹੀ ਨਹੀਂ ਪਈ ਤੇ ਹਿੰਦੂ ਭੀੜ ਬਾਬਰੀ ਮਸਜਿਦ ਤੇ ਜਾ ਚੜੀ। ਨਾਰੇ ਸਨ, ਬੱਚਾ ਬੱਚਾ ਰਾਮ ਕਾ, ਜਨਮ ਭੂਮੀ ਕੇ ਕਾਮ ਕਾ। ਜਦੋਂ ਬਾਬਰੀ ਮਸਜਿਦ ਢੱਠਣੀ ਸ਼ੁਰੂ ਹੋ ਗਈ ਤਾਂ ਨਾਰੇ ਵੀ ਬਦਲ ਗਏ। ਏਕ ਧੱਕਾ ਹੋਰ ਦੋ, ਬਾਬਰੀ ਮਸਜਿਦ ਤੋੜ ਦੋ। ਬਾਬਰੀ ਮਸਜਿਦ ਢੱਠ ਗਈ ਤੇ ਨਾਲ ਹੀ ਨਾਰੇ ਵਿੱਚ ਤਬਦੀਲੀ ਆ ਗਈ। ਜੈ ਸ਼੍ਰੀ ਰਾਮ ਬਣ ਗਿਆ ਕਾਮ। ਫਿਰ ਇੱਕ ਡਰਾਮਾ ਜੋ ਪਹਿਲਾਂ ਹੀ ਤੈਅ ਸੀ ਇਹ ਰਚਿਆ ਗਿਆ ਕਿ ਪੁਲਿਸ ਨੂੰ ਇੱਕ ਪਾਸੇ ਤੋਂ ਮਾਮੂਲੀ ਹਰਕਤ ਵਿੱਚ ਲਿਆਂਦਾ ਗਿਆ। ਇਸ ਹਰਕਤ ਨੂੰ ਹਿੰਦੂਆਂ ਨੇ ਇੱਕ ਨਾਰੇ ਨਾਲ ਹੀ ਠੁੱਸ ਕਰ ਦਿੱਤਾ। ਜਦੋਂ ਨਾਰਾ ਲੱਗਾ, ਹਿੰਦੂ ਹਿੰਦੂ ਭਾਈ ਭਾਈ, बीच में वर्दी कहाँ से आई। ਇਹ ਨਾਰਾ ਸੁਣਦਿਆਂ ਹੀ PAC ਪ੍ਰੋਵੀਜ਼ਨਲ ਆਰਮਡ ਕਾਂਸਟੇਬਲਰੀ ਜੋ UP ਦੀ ਲੋਕਲ ਪੁਲਿਸ ਹੈ ਦੇ ਜਵਾਨ ਉੱਥੇ ਦੇ ਉੱਥੇ ਹੀ ਠਠੰਬਰ ਕੇ ਖਲੋ ਗਏ। ਸਗੋਂ ਪੱਤਰਕਾਰ ਹੈਰਾਨ ਹੋਏ ਜਦੋਂ ਕਾਬੂ ਕਰਨ ਦਾ ਡਰਾਮਾ ਕਰਨ ਵਾਲੇ ਵਰਦੀਧਾਰੀ ਜਵਾਨ ਵੀ ਰਾਮ ਲੱਲਾ ਦੀ ਮੂਰਤੀ ਜਿਹੜੀ ਬਾਬਰੀ ਮਸਜਿਦ ਦੇ ਢੱਠਣ ਤੋਂ 10 ਮਿੰਟ ਬਾਅਦ ਹੀ ਰੱਖ ਦਿੱਤੀ ਗਈ ਸੀ ਨੂੰ ਮੱਥਾ ਟੇਕਣ ਲਾਈਨ ਵਿੱਚ ਜਾ ਖਲੋਤੇ। ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਤੇ ਗ੍ਰਹਿ ਮੰਤਰੀ SB ਚੌਹਾਨ ਆਰਾਮ ਨਾਲ ਘਰ ਬੈਠੇ TV ਤੇ ਦੇਖ ਰਹੇ ਸਨ। ਦੂਜੇ ਪਾਸੇ ਹੋਰ ਹੈਰਾਨੀ ਦੀ ਗੱਲ ਇਹ ਸੀ ਕਿ UP ਦੇ ਮੁੱਖ ਮੰਤਰੀ ਕਲਿਆਣ ਸਿੰਘ ਨੇ ਸੁਪਰੀਮ ਕੋਰਟ ਵਿੱਚ 14 ਹਲਫਨਾਮੇ ਪੇਸ਼ ਕੀਤੇ ਸਨ ਕਿ ਬਾਬਰੀ ਮਸਜਿਦ ਦੀ ਹਿਫਾਜ਼ਤ ਕੀਤੀ ਜਾਵੇਗੀ ਤੇ ਇਸ ਨੂੰ ਢਾਉਣ ਦਾ ਜਾਂ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ ਜਾਵੇਗਾ। ਬਾਬਰੀ ਮਸਜਿਦ ਦੇ ਢੱਠਣ ਤੋਂ ਬਾਅਦ ਇੱਕ ਅਫਵਾਹ ਇੰਨੇ ਜ਼ੋਰ ਨਾਲ ਉਡਾਈ ਗਈ ਕਿ ਸਾਰਾ UP ਤੇ ਪੂਰੇ ਦੇਸ਼ ਦਾ ਹਿੰਦੂ ਨਤਮਸਤਕ ਹੋ ਕੇ ਬਾਬਰੀ ਮਸਜਿਦ ਵੱਲ ਭੱਜਾ। ਅਖੇ ਬਾਬਰੀ ਮਸਜਿਦ ਢਾਉਣ ਦੇ ਥੱਲਿਓਂ ਰਾਮ ਲੱਲਾ ਦੇ ਲੱਕੜ ਦੇ ਛੁਣਛਣੇ ਨਿਕਲੇ ਹਨ। ਜੇ ਕੋਈ ਹਿੰਦੂਆਂ ਨੂੰ ਪੁੱਛਦਾ ਕਿ ਸਿਉਂਕ ਤਾਂ ਝੱਟ ਲੱਕੜ ਨੂੰ ਖਾ ਜਾਂਦੀ ਹੈ, 5000 ਸਾਲ ਤੋਂ ਇਹ ਛੁਣਛੁਣੇ ਕਿਵੇਂ ਬਚੇ ਰਹੇ, ਤਾਂ ਉਹ ਕਹਿੰਦੇ ਇਹ ਕੋਈ मामूली छुंछना था क्या? अरे राम जी का छुंछना था। यह छुंछना तो 50 लाख साल तक भी ऐसे ही रहता, नया का नया। इस तो पहला भारत सरकार दी फौज सिखां दा अकाल तख्त ढा चुकी सी ते हरमंदर साहिब छलनी कर चुकी सी। दूसरा वाकया बाबरी मस्जिद दा होया है। कोई भी घट गिणती छाती ते हथ रख के ये नहीं कह सकती कि भविख विच उस दा हाल उस नाल इस तरह का कुछ नहीं वापरेगा। एक गंभीर होकर सोचण की गल है। मुसलमानों की आबादी भारत विच 18 करोड़ तो उपर है। जे 18 करोड़ वालियां नाल इस तरह हो सकता है तो सिख किहदे पाणीहार हन। कई सिख पाकिस्तान बनने वेले की गल करके कहिंदे हन कि भारत विच रहण तो पहलां सिखां नूं बाकायदा भारत सरकार नाल एक मुआयदा करना चाहिए सी ते हर शर्त लिखत विच लियाउणी चाहिदी सी। उपरोक्त घटना नूं वेख के ये गल किड्डी हासोहीणी है। जे सुप्रीम कोर्ट विच दाखल कीते 14 हलफनामिਆਂ ਦਾ कुछ नहीं बनिया तां इन्हां दी लिखत नूं मोया ने पुछना सी। वैसे भी बहु गिणती दे राज विच घट गिणतियां दे मुआयदे इस तरह दे हुंदे हन जिवें लिखिया जावे कि इस भारत रूपी जंगल विच शेर ਅਤੇ ਲੇਲਾ ਬਰਾਬਰ ਹੋਣਗੇ ਤੇ ਲੇਲਾ ਜੰਗਲ ਵਿੱਚ ਕਿਤੇ ਵੀ ਘੁੰਮ ਫਿਰ ਸਕੇਗਾ। ਸ਼ੇਰ ਵੱਲੋਂ ਉਸ ਨੂੰ ਕੋਈ ਖਤਰਾ ਨਹੀਂ ਹੋਵੇਗਾ। ਪਰ ਇਸ ਤਰ੍ਹਾਂ ਦੇ ਮੁਆਇਦੇ ਦਾ ਹਸ਼ਰ ਇਹ ਹੋਵੇਗਾ ਕਿ ਸ਼ੇਰ ਲੇਲੇ ਨੂੰ ਪਾੜ ਚੀਰ ਕੇ ਖਾ ਜਾਵੇਗਾ ਤੇ ਸ਼ੇਰ ਨੂੰ ਪੁੱਛਣ ਦੀ ਹਿੰਮਤ ਕਿਸੇ ਵਿੱਚ ਨਹੀਂ ਹੋਵੇਗੀ। ਸਿਰਲੇਖ ਗਾਂਧੀ ਤੇ ਨਹਿਰੂ ਉੱਤੇ ਇਤਬਾਰ ਕਰਕੇ ਸਿੱਖ ਅਜਗਰ ਦੇ ਮੂੰਹ ਵਿੱਚ ਚਲੇ ਗਏ। ਸਿੱਖਾਂ ਨੇ ਜਿਨ੍ਹਾਂ ਹਿੰਦੂ ਲੀਡਰਾਂ ਤੇ ਇਤਬਾਰ ਕਰਕੇ ਆਪਣਾ ਭਵਿੱਖ ਭਾਰਤ ਨਾਲ ਜੋੜਿਆ ਉਹਨਾਂ ਲੀਡਰਾਂ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਗਾਂਧੀ ਤੇ ਨਹਿਰੂ ਸਨ। ਇਹ ਦੋਵੇਂ ਹੀ ਢਿੱਡੋਂ ਸਿੱਖਾਂ ਨੂੰ ਨਾਪਸੰਦ ਕਰਦੇ ਸਨ। ਖਾਸ ਤੌਰ ਤੇ ਗਾਂਧੀ ਬਹੁਤ ਹੀ ਕਮੀਨੀ ਸੋਚ ਰੱਖਣ ਵਾਲਾ ਵਿਅਕਤੀ ਸੀ। ਉਹ ਆਪਣੇ ਆਪ ਨੂੰ ਅਹਿੰਸਾ ਦਾ ਪੁਜਾਰੀ ਕਹਿੰਦਾ ਸੀ, ਪਰ ਜਦੋਂ ਰਾਜ ਸੱਤਾ ਕਾਂਗਰਸ ਦੇ ਹੱਥ ਆ ਗਈ ਉਸ ਤੋਂ ਬਾਅਦ ਕਦੀ ਵੀ ਉਸਨੇ ਅਹਿੰਸਾ ਦਾ ਨਾਂ ਨਹੀਂ ਲਿਆ। ਸਗੋਂ ਜਦੋਂ ਭਾਰਤ ਦੇ ਜਹਾਜ਼ ਕਸ਼ਮੀਰ
ਤੇ ਬੰਬਾਰੀ ਕਰਨ ਗਏ ਤਾਂ ਮਹਾਤਮਾ ਗਾਂਧੀ ਨੇ ਪਾਇਲਟਾਂ ਨੂੰ ਆਸ਼ੀਰਵਾਦ ਦੇ ਕੇ ਤੋਰਿਆ, ਜਦੋਂ ਕਿ ਉਸ ਨੂੰ ਪਤਾ ਸੀ ਕਿ ਇਹ ਜਹਾਜ਼ ਕਸ਼ਮੀਰ ਦੀ ਧਰਤੀ ਦੇ ਫੁੱਲ ਸੁੱਟਣ ਨਹੀਂ ਚੱਲੇ, ਅੱਗ ਭਰਾਉਣ ਚੱਲੇ ਹਨ। ਇੰਨਾ ਪਖੰਡ ਹੋਰ ਕਿਹੜਾ ਹੋ ਸਕਦਾ ਹੈ। ਇਹ ਉਹੀ ਗਾਂਧੀ ਹੈ ਜਿਸ ਨੇ ਜਰਮਨੀ ਵੱਲੋਂ ਇੰਗਲੈਂਡ ਤੇ ਹਮਲਾ ਕਰਨ ਵੇਲੇ ਚਰਚਲ ਨੂੰ ਸਲਾਹ ਦਿੱਤੀ ਸੀ ਕਿ ਉਹ ਹਿਟਲਰ ਅੱਗੇ ਹਥਿਆਰ ਸੁੱਟ ਦੇਵੇ ਤੇ ਖੂਨ ਖਰਾਬਾ ਨਾ ਕਰੇ। ਜਰਮਨੀ ਇੰਗਲੈਂਡ ਤੇ ਕਬਜ਼ਾ ਕਰ ਵੀ ਲਵੇ ਤਾਂ ਨਾਮਿਲਵਰਤਨ ਲਹਿਰ ਚਲਾ ਕੇ ਉਸ ਨੂੰ ਆਜ਼ਾਦੀ ਲਈ ਮਜਬੂਰ ਕੀਤਾ ਜਾ ਸਕਦਾ ਹੈ। ਅੰਗਰੇਜ਼ ਉਸ ਦੀ ਮੂਰਖਤਾ ਭਰੀ ਗੱਲ ਤੇ ਹੱਸੇ ਤੇ ਗਾਂਧੀ ਦੇ ਮਾਈਕ ਦਾ ਬਟਨ ਬੰਦ ਕਰ ਦਿੱਤਾ। ਇਸੇ ਗਾਂਧੀ ਨੇ ਸ਼ਹੀਦ ਭਗਤ ਸਿੰਘ ਦੀ ਫਾਂਸੀ ਨੂੰ ਅੰਗਰੇਜ਼ ਨਾਲ ਗੱਲ ਕਰਕੇ ਉਮਰ ਕੈਦ ਵਿੱਚ ਬਦਲਾਉਣ ਵਾਲੀ ਸਲਾਹ ਨੂੰ ਮੁੱਢੋਂ ਸੁੱਢੋਂ ਰੱਦ ਕਰ ਦਿੱਤਾ। ਅਖੇ ਇਸ ਨੇ ਅਹਿੰਸਾ ਕੀਤੀ ਸੀ ਤੇ ਮੈਂ ਅਹਿੰਸਾ ਕਰਨ ਵਾਲੇ ਦਾ ਸਾਥ ਨਹੀਂ ਦੇਣਾ। ਪਰ ਦੂਜੇ ਪਾਸੇ ਉਸ ਦੇ ਆਸ਼ਰਮ ਵਿੱਚ ਇੱਕ ਵੱਛੇ ਨੂੰ ਬੜੀ ਅਜੀਬ ਬਿਮਾਰੀ ਹੋ ਗਈ। ਵੱਛਾ ਤੜਫੀ ਜਾਂਦਾ ਸੀ। ਗਾਂਧੀ ਨੇ ਡਾਕਟਰ ਨੂੰ ਵੱਛੇ ਨੂੰ ਜ਼ਹਿਰ ਦਾ ਟੀਕਾ ਲਾਉਣ ਲਈ ਕਿਹਾ। ਜਦੋਂ ਡਾਕਟਰ ਨੇ ਵੱਛੇ ਦੀ ਮੌਤ ਦਾ ਪਾਪ ਲੱਗਣ ਦੀ ਗੱਲ ਗਾਂਧੀ ਨੂੰ ਕਹੀ ਤਾਂ ਉਸਨੇ ਕਿਹਾ, ਪਾਪ ਝੱਲ ਲਵਾਂਗਾ ਪਰ ਇਸ ਵੱਛੇ ਦਾ ਦੁੱਖ ਨਹੀਂ ਝੱਲਿਆ ਜਾਂਦਾ। ਗਾਂਧੀਵਾਦੀ ਗਾਂਧੀ ਨੂੰ ਬਹੁਤ ਅਸੂਲ ਪ੍ਰਸਤ ਕਹਿੰਦੇ ਨਹੀਂ ਥੱਕਦੇ, ਪਰ ਜਿੱਥੇ ਲੋੜ ਪੈਂਦੀ ਸੀ ਗਾਂਧੀ ਅਸੂਲ ਤੋੜ ਵੀ ਲੈਂਦਾ ਸੀ। ਗਾਂਧੀ ਰੇਲਵੇ ਦਾ ਬਹੁਤ ਵਿਰੋਧ ਕਰਦੇ ਸਨ, ਪਰ ਸਭ ਤੋਂ ਜ਼ਿਆਦਾ ਸਫ਼ਰ ਵੀ ਉਹਨਾਂ ਨੇ ਰੇਲ ਗੱਡੀ ਵਿੱਚ ਹੀ ਕੀਤਾ ਹੈ। ਜ਼ਿੰਦਗੀ ਦਾ ਜ਼ਿਆਦਾ ਸਮਾਂ ਉਹਨਾਂ ਗੱਡੀ ਵਿੱਚ ਹੀ ਗੁਜ਼ਾਰਿਆ। ਡਾਕ ਤਾਰ ਦੇ ਵੀ ਵਿਰੋਧੀ ਸਨ, ਪਰ ਜਿੰਨੇ ਪੱਤਰ ਉਹਨਾਂ ਨੇ ਲਿਖੇ ਇੰਨੇ ਸ਼ਾਇਦ ਦੁਨੀਆ ਵਿੱਚ ਹੋਰ ਕਿਸੇ ਨੇ ਨਹੀਂ ਲਿਖੇ। ਐਲੋਪੈਥੀ ਅੰਗਰੇਜ਼ੀ ਦਵਾਈਆਂ ਦੇ ਬਹੁਤ ਵਿਰੁੱਧ ਸਨ ਤੇ ਕੁਦਰਤੀ ਇਲਾਜ ਦੇ ਬੜੇ ਗੁਣਗਾਨ ਕਰਦੇ ਸਨ, ਪਰ ਜਿੰਨੀ ਵਾਰ ਵੀ ਬਿਮਾਰ ਹੋਏ ਅੰਗਰੇਜ਼ ਡਾਕਟਰ ਦੀ ਦਿੱਤੀ ਦਵਾਈ ਨਾਲ ਹੀ ਠੀਕ ਹੋਏ। ਸਿੱਖਾਂ ਨੇ ਗਾਂਧੀ ਦੁਆਰਾ ਦਿੱਤੇ ਯਕੀਨ ਨੂੰ ਮੰਨ ਕੇ ਬਹੁਤ ਗਲਤੀ ਕੀਤੀ। ਉਸ ਦੀ ਕਿਸੇ ਗੱਲ ਤੇ ਵੀ ਯਕੀਨ ਨਹੀਂ ਸੀ ਕੀਤਾ ਜਾ ਸਕਦਾ। ਹੋਰ ਤਾਂ ਹੋਰ ਉਸ ਦੀ ਘਰੇਲੂ ਜ਼ਿੰਦਗੀ ਵਿੱਚ ਵੀ ਉਸ ਦਾ ਬਣਾਵਟੀਪਣ ਸਾਫ਼ ਦਿਸਦਾ ਸੀ। ਗਾਂਧੀ ਦਾ ਪੁੱਤਰ ਜਿਸ ਦਾ ਨਾਂ ਹਰੀਦਾਸ ਸੀ ਗਾਂਧੀ ਦੇ ਬਹੁਤ ਵਿਰੁੱਧ ਸੀ, ਕਿਉਂਕਿ 17 ਸਾਲ ਦੀ ਉਮਰ ਦਾ ਹੋਣ ਤੇ ਗਾਂਧੀ ਉਸ ਨੂੰ ਬ੍ਰਹਮਚਾਰੀਆ ਦਾ ਪਾਲਣ ਕਰਨ ਲਈ ਮਜਬੂਰ ਕਰਦਾ ਸੀ, ਜਿਹੜਾ ਕਿ ਚੜ੍ਹਦੀ ਜਵਾਨੀ ਵਿੱਚ ਪੈਰ ਰੱਖਦੇ ਕਿਸੇ ਨੌਜਵਾਨ ਨੂੰ ਵੀ ਮਨਜ਼ੂਰ ਨਹੀਂ ਹੋ ਸਕਦਾ। ਗਾਂਧੀ ਨੇ ਉਸ ਨੂੰ ਅਨਪੜ੍ਹ ਵੀ ਰੱਖਿਆ, ਕਿਉਂਕਿ ਗਾਂਧੀ ਦੀ ਆਪਣੀ ਜਾਣਕਾਰੀ ਵੀ ਘੱਟ ਹੀ ਸੀ, ਭਾਵੇਂ ਉਹ ਬਾਰ ਐਟ ਲਾ ਸਨ। ਉਹ ਸਿਰਫ ਗੀਤਾ ਅਤੇ ਰਾਮਾਇਣ ਹੀ ਜ਼ਿਆਦਾ ਪੜ੍ਹਦੇ ਸਨ। ਉਹਨਾਂ ਦਾ ਸਤਾਇਆ ਹੋਇਆ ਹੀ ਹਰੀਦਾਸ ਮੁਸਲਮਾਨ ਬਣ ਗਿਆ ਤੇ ਆਪਣਾ ਨਾਮ ਬਦਲ ਕੇ ਅਬਦੁੱਲਾ ਰੱਖ ਲਿਆ। ਉਸਨੇ 4 ਸ਼ਾਦੀਆਂ ਕੀਤੀਆਂ, ਸ਼ਰਾਬ ਤੇ ਮਾਸ ਖਾਣ ਲੱਗ ਪਿਆ। ਜਦੋਂ ਗਾਂਧੀ ਦੀ ਬਿਰਲਾ ਮੰਦਿਰ ਵਿੱਚ ਨਥੂਰਾਮ ਗੌਂਡਸੇ ਨੇ ਹੱਤਿਆ ਕਰ ਦਿੱਤੀ ਤਾਂ ਅਬਦੁੱਲਾ ਵੀ ਆਇਆ, ਪਰ ਗਾਂਧੀਵਾਦੀਆਂ ਨੇ ਉਸ ਨੂੰ ਲਾਸ਼ ਦੇ ਨੇੜੇ ਨਾ ਢੁੱਕਣ ਦਿੱਤਾ। ਗਾਂਧੀ ਗੱਲ ਤੇ ਮਰ ਜਾਣ ਦੀ ਧਮਕੀ ਦਿੰਦਾ ਤੇ ਮਰਨ ਵਰਤ ਰੱਖ ਲੈਂਦਾ ਸੀ। ਇੱਕ ਵਾਰ ਡਾਕਟਰ ਅੰਬੇਦਕਰ ਨੇ ਗਾਂਧੀ ਨੂੰ ਕਿਹਾ ਸੀ, ਕਿਤੇ ਇਸ ਭੁਲੇਖੇ ਵਿੱਚ ਨਾ ਰਹੋ ਕਿ ਮੇਰਾ ਕੋਈ ਹਿਰਦਾ ਪਰਿਵਰਤਨ ਹੋ ਗਿਆ ਹੈ। ਮੈਂ ਤੁਹਾਡੇ ਮਰਨ ਦੀ ਧਮਕੀ ਅੱਗੇ ਝੁਕਿਆ ਹਾਂ। ਮੈਂ ਹੁਣ ਵੀ ਦਲਿਤਾਂ ਦੀਆਂ ਮੰਗਾਂ ਨੂੰ ਜਾਇਜ਼ ਤੇ ਠੀਕ ਸਮਝਦਾ ਹਾਂ। ਗਾਂਧੀ ਜੋ ਬਾਹਰ ਸੀ ਉਹ ਘਰ ਨਹੀਂ ਸੀ। ਆਪਣੀ ਪਤਨੀ ਕਸਤੂਰਬਾ ਕੋਲੋਂ ਘਰ ਆਏ ਮਹਿਮਾਨਾਂ ਦਾ ਪਖਾਨਾ ਧਵਾਉਂਦਾ, ਤੇ ਜੇ ਉਹ ਰੋਂਦੀ ਤਾਂ ਕਹਿੰਦਾ ਰੋਈਦਾ ਨਹੀਂ, ਮਹਿਮਾਨਾਂ ਦੀ ਸੇਵਾ ਹੱਸ ਕੇ ਕਰੀਦੀ ਹੈ। ਗਾਂਧੀ ਗਾਂ ਜਾਂ ਮੱਝ ਦਾ ਦੁੱਧ ਇਸ ਕਰਕੇ ਨਹੀਂ ਸੀ ਪੀਂਦਾ ਕਿਉਂਕਿ ਇਹਨਾਂ ਨੂੰ ਚੋਣ ਲੱਗੇ ਗਵਾਲੇ ਗਾਵਾਂ ਮੱਝਾਂ ਨੂੰ ਤਕਲੀਫ ਪਹੁੰਚਾਉਂਦੇ ਹਨ। ਫਿਰ ਕਿਸੇ ਨੇ ਸਲਾਹ ਦਿੱਤੀ ਕਿ ਬੱਕਰੀ ਦਾ ਦੁੱਧ ਪੀ ਲਿਆ ਕਰੋ। ਗਾਂਧੀ ਨੇ ਇਹ ਗੱਲ ਐਸੀ ਪੱਲੇ ਬੰਨੀ ਕਿ ਰੇਲ ਗੱਡੀ ਵਿੱਚ ਵੀ ਬੱਕਰੀ ਨਾਲ ਰੱਖਦਾ ਤੇ ਕਹਿੰਦੇ ਹਨ ਬੱਕਰੀ ਨੂੰ ਬਦਾਮ ਚਾਰਦਾ। ਜਿਹੜਾ ਬੰਦਾ ਇਸ ਕਰਕੇ ਲੰਗੋਟੀ ਬੰਨ੍ਹਦਾ ਸੀ ਕਿ ਸਾਰੇ ਹਿੰਦੁਸਤਾਨੀਆਂ ਕੋਲ ਤਨ ਢੱਕਣ ਲਈ ਕੱਪੜਾ ਨਹੀਂ, ਇਸ ਲਈ ਮੈਂ ਵੀ ਪੂਰੇ ਕੱਪੜੇ ਨਹੀਂ ਪਾਉਣੇ, ਉਹਦੀ ਬੱਕਰੀ ਬਦਾਮ ਖਾਵੇ ਤੇ ਰੇਲ ਗੱਡੀ ਵਿੱਚ ਸਫ਼ਰ ਕਰੇ। ਹੈ ਨਾ ਕਮਾਲ। ਸੋ ਇਸ ਭਾਗ ਲਈ ਇਹਨਾਂ
ਵਾਹਿਗੁਰੂ ਜੀ ਕਾ ਖਾਲਸਾ